ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਅਤੇ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਭੇਟ ਕਰ ਸਕਾਂ ਉਸ ਤੋਂ ਪਹਿਲੇ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਨਮਨ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਚਾਰ ਅਸੀਂ ਸਰਵਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਹੋਏ ਜੀਵ ਜੰਤੂ ਪਸ਼ੂ ਪੰਛੀਆਂ ਦੀ ਜੋ ਵਿਚਾਰ ਹੈ, ਉਸ ਵਿੱਚ ਮਹਾਰਾਜ ਨੇ ਭੇਡ ਦਾ ਵੀ ਬਹੁਤ ਜ਼ਿਕਰ ਕੀਤਾ ਹੈ। ਭੇਡ, ਭੇਡੂ, ਗਾਡਰ, ਇਹਦੇ ਕਈ ਨਾਮ ਆਏ ਹਨ। ਤਕਰੀਬਨ ਅਸੀਂ ਸਾਰੇ ਹੀ ਇਸ ਪਸ਼ੂ ਤੋਂ ਜਾਣੂ ਹਾਂ। ਜੈਸੇ ਬੱਕਰੀਆਂ ਹੁੰਦੀਆਂ ਨੇ, ਬੱਕਰੇ ਹੁੰਦੇ ਨੇ, ਇਸ ਤਰ੍ਹਾਂ ਦੀ ਹੀ ਨਸਲ ਦਾ ਇਹ ਚੌਪਾਇਆ ਜਾਨਵਰ। ਇਸ ਦਾ ਦੁੱਧ ਭਾਵੇਂ ਘੱਟ ਹੁੰਦਾ ਹੈ ਲੇਕਿਨ ਬੜਾ ਕੀਮਤੀ ਹੁੰਦਾ ਹੈ, ਪੌਸ਼ਟਿਕ ਹੁੰਦਾ ਹੈ। ਮੂਲ ਰੂਪ ਦੇ ਵਿੱਚ ਕਿਸਾਨ ਇਸ ਨੂੰ ਦੋ ਚੀਜ਼ਾਂ ਵਾਸਤੇ ਪਾਲਦੇ ਹਨ। ਇੱਕ ਉੱਨ ਪ੍ਰਾਪਤ ਕਰਨ ਵਾਸਤੇ, ਕਿਉਂਕਿ ਇਹਦੇ ਵਾਲਾਂ ਦੇ ਨਾਲ ਕਈ ਤਰ੍ਹਾਂ ਦੇ ਗਰਮ ਵਸਤਰ ਬਣਦੇ ਹਨ, ਜਿਹਦੇ ਨਾਲ ਮਨੁੱਖ ਸਰਦੀ ਤੋਂ ਆਪਣਾ ਬਚਾਓ ਕਰਦਾ ਹੈ। ਇੱਕ ਤਾਂ ਉੱਨ ਵਾਸਤੇ ਇਸ ਨੂੰ ਪਾਲਿਆ ਜਾਂਦਾ ਹੈ, ਦੂਸਰਾ ਮਾਂਸ ਵਾਸਤੇ, ਕਿਉਂਕਿ ਇਹਦਾ ਮਾਂਸ ਵੀ ਖਾਣ ਦੇ ਲਾਇਕ ਸਮਝ ਕੇ ਲੋਕ ਬਹੁਤ ਖਾਂਦੇ ਹਨ। ਇਸ ਨੂੰ ਕਿਸਾਨਾਂ ਵਾਸਤੇ ਇੱਕ ਆਮਦਨੀ ਦਾ ਬਹੁਤ ਅੱਛਾ ਜ਼ਰੀਆ ਹੈ। ਘੱਟ ਖਰਚੇ ਦੇ ਵਿੱਚ ਆਮਦਨੀ ਜ਼ਿਆਦਾ, ਕਿਉਂਕਿ ਇਹ ਇੱਕ ਐਸਾ ਜਾਨਵਰ ਹੈ, ਕਈ ਤਰ੍ਹਾਂ ਦੀ ਐਸੀ ਵਨਸਪਤੀ ਜੋ ਸਾਡੇ ਕਿਸੇ ਕੰਮ ਨਹੀਂ ਆਉਂਦੀ ਹੈ। ਭੇਡਾਂ ਉਸ ਨੂੰ ਖਾ ਕੇ ਤੇ ਗੁਜ਼ਾਰਾ ਕਰ ਲੈਂਦੀਆਂ ਨੇ, ਜੋ ਸਾਡੇ ਕੰਮ ਦੀ ਨਹੀਂ ਹੈ। ਜੰਗਲਾਂ ਦੇ ਵਿੱਚ ਅਸੀਂ ਛੱਡ ਦਈਏ, ਖੇਤਾਂ ਦੇ ਵਿੱਚੋਂ ਫਾਲਤੂ ਜੋ ਵਨਸਪਤੀ ਹੈ ਉਹਨੂੰ ਖਾ ਕੇ ਤੇ ਆਪਣਾ ਪੇਟ ਭਰ ਲੈਂਦੀ ਹੈ, ਦੁੱਧ ਦਿੰਦੀ ਹੈ, ਉੱਨ ਦਿੰਦੀ ਹੈ, ਮਾਂਸ ਦਿੰਦੀ ਹੈ। ਇਹਦਾ ਪਾਲਣ ਰਾਜਸਥਾਨ ਦੇ ਵਿੱਚ, ਰੇਗਿਸਤਾਨੀ ਇਲਾਕਿਆਂ ਦੇ ਵਿੱਚ, ਅਰਬ ਦੇਸ਼ਾਂ ਦੇ ਵਿੱਚ ਔਰ ਚਾਈਨਾ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਭੇਡਾਂ ਦਾ ਪਾਲਣ ਕੀਤਾ ਜਾਂਦਾ ਹੈ ਔਰ ਉਹਦੇ ਤੋਂ ਬਹੁਤ ਸਾਰੇ ਲਾਭ ਲਏ ਜਾਂਦੇ ਹਨ। ਭੇਡਾਂ ਦੇ ਵਿੱਚ ਇੱਕ ਕਹਾਵਤ ਹੈ ਵੀ ਇੱਕ ਭੇਡ ਜਿਸ ਪਾਸੇ ਚੱਲਦੀ ਹੈ ਸਾਰੀਆਂ ਭੇਡਾਂ ਉਸ ਪਾਸੇ ਹੀ ਚੱਲ ਪੈਂਦੀਆਂ ਹਨ।
ਅਸੀਂ ਆਮ ਕਰਕੇ ਕਹਾਵਤ ਬੋਲਦੇ ਹਾਂ, ਇੱਕ ਭੇਡ ਜਿਸ ਪਾਸੇ ਜਾਂਦੀ ਹੈ ਬਾਕੀ ਸਾਰੀਆਂ ਵੀ ਉਹਦੇ ਪਿੱਛੇ ਚੱਲ ਪੈਂਦੀਆਂ ਨੇ। ਕਈ ਐਸੀਆਂ ਤੁਸੀਂ ਵੀਡੀਓ ਵੀ ਦੇਖੀਆਂ ਹੋਣੀਆਂ ਨੇ, ਔਰ ਦਾਸ ਨੇ ਵੀ ਇੱਕ ਨਜ਼ਾਰਾ ਦੇਖਿਆ ਵੀ ਭੇਡਾਂ ਲੈ ਕੇ ਜੋ ਜਾ ਰਿਹਾ ਸੀ ਨਾ ਭੇਡਾਂ ਦਾ ਮਾਲਕ, ਅੱਗੇ ਇੱਕ ਛੋਟਾ ਜਿਹਾ ਨਾਲਾ ਆਇਆ ਹੈ, ਸਾਰੀਆਂ ਭੇਡਾਂ ਉੱਥੇ ਰੁਕ ਗਈਆਂ ਨੇ। ਮਾਲਕ ਨੇ ਕਾਫੀ ਕੋਸ਼ਿਸ਼ ਕੀਤੀ ਪਰ ਪਾਰ ਨਹੀਂ ਜਾਂਦੀਆਂ। ਫਿਰ ਉਸਨੇ ਜੋ ਇੱਕ ਤਰੀਕਾ ਅਪਣਾਇਆ, ਉਹਨੇ ਇੱਕ ਭੇਡ ਨੂੰ ਚੁੱਕ ਕੇ ਨਾਲੇ ਦੇ ਵਿੱਚ ਸੁੱਟਿਆ, ਉਹ ਪਾਰ ਹੋ ਗਈ। ਇੱਕ ਜਦੋਂ ਪਾਰ ਹੋਈ ਫਿਰ ਦੂਸਰੀ ਉਹਦੇ ਪਿੱਛੇ, ਫਿਰ ਤੀਸਰੀ, ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਸਾਰੀਆਂ ਹੀ ਭੇਡਾਂ ਜਿਹੜੀਆਂ ਨੇ ਆਪਣੇ ਆਪ ਹੀ ਇੱਕ ਦੇ ਪਿੱਛੇ ਸਾਰੀਆਂ ਹੀ ਪਾਰ ਹੋ ਗਈਆਂ ਨੇ। ਇਹ ਆਮ ਤੌਰ 'ਤੇ ਇੱਕ ਕਹਾਵਤ ਵਰਤੀ ਜਾਂਦੀ ਹੈ ਵੀ ਇੱਕ ਭੇਡ ਜਿਸ ਪਾਸੇ ਜਾਂਦੀ ਹੈ ਸਾਰੀਆਂ ਉਸੇ ਪਾਸੇ ਚੱਲ ਪੈਂਦੀਆਂ ਹਨ। ਲੇਕਿਨ ਗਲਤ ਚੁਣਾਵ ਅਗਰ ਕਰ ਲਵੇ ਇੱਕ ਭੇਡ ਤਾਂ ਸਾਰੀਆਂ ਭੇਡਾਂ ਬਰਬਾਦ ਵੀ ਹੋ ਸਕਦੀਆਂ ਨੇ, ਜੀਵਨ ਖਤਰੇ ਵਿੱਚ ਵੀ ਪੈ ਸਕਦਾ ਹੈ। ਵੀ ਇੱਕ ਜਿਸ ਪਾਸੇ ਜਾਂਦੀ ਹੈ ਬਾਕੀ ਸਭ ਉਸ ਪਾਸੇ ਹੀ ਚੱਲ ਪੈਂਦੀਆਂ ਨੇ। ਜੈਸੇ ਅੱਜ ਅਸੀਂ ਦੇਖਦੇ ਹਾਂ ਕੀਰਤਨ ਵਾਸਤੇ ਸਾਡੇ ਕੋਲ ਬਹੁਤ ਸਾਰੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਦਿ ਤੋਂ ਲੈ ਕੇ ਅੰਤ ਤੱਕ ਜੋ ਬਾਣੀ ਹੈ ਸਾਰੀ ਸਾਡੇ ਕੋਲ ਗਾਇਨ ਕਰਨ ਵਾਸਤੇ ਹੈ। ਪਰ ਹੁਣ ਜਕਾਰੇ ਦਾ ਵੀ ਲੋਕੀ ਕੀਰਤਨ ਕਰਨ ਲੱਗ ਪਏ ਨੇ। ਵਾਹਿਗੁਰੂ ਮੰਤਰ ਸਿਮਰਨ ਵਾਸਤੇ ਹੈ, ਨਿੱਜੀ ਸਿਮਰਨ ਵਾਸਤੇ ਵਾਹਿਗੁਰੂ ਮੰਤਰ ਦਾ ਵੀ ਸਿਮਰਨ ਕਰਨ ਲੱਗ ਪਏ ਹਨ। ਅਰਦਾਸ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਵਾਸਤੇ ਹੈ, ਇਸ ਕੀਰਤਨ ਕਰਨ ਵਾਸਤੇ ਨਹੀਂ ਹੈ। ਅਰਦਾਸ ਦਿੱਤੀ ਸੀ ਆਪਣੀ ਇੱਛਾ ਜੋ ਹੈ, ਆਪਣੀ ਮੰਗ ਹੈ, ਆਪਣਾ ਦੁੱਖ ਹੈ, ਆਪਣਾ ਸੁੱਖ ਹੈ, ਅਰਦਾਸ ਦੇ ਰਾਹੀਂ ਗੁਰੂ ਦੇ ਅੱਗੇ ਰੱਖਣਾ ਹੈ। ਲੋਕੀ ਅਰਦਾਸ ਦਾ ਵੀ ਕੀਰਤਨ ਕਰਨ ਲੱਗ ਪਏ ਨੇ, ਜਕਾਰੇ ਦਾ ਵੀ ਕੀਰਤਨ, ਵਾਹਿਗੁਰੂ ਮੰਤਰ ਦਾ ਵੀ ਕੀਰਤਨ, ਜਪਜੀ ਸਾਹਿਬ ਪਾਠ ਕਰਨ ਵਾਸਤੇ ਹੈ, ਜਪਜੀ ਸਾਹਿਬ ਦਾ ਵੀ ਕੀਰਤਨ ਕਰਨ ਲੱਗ ਪਏ ਨੇ। ਕਿਸੇ ਇੱਕ ਭੇਡ ਨੇ ਕੀਤਾ ਹੋਣਾ, ਕਿਸੇ ਇੱਕ ਨੇ ਕੀਤਾ ਹੋਣਾ, ਬਾਕੀ ਉਹਦੇ ਪਿੱਛੇ ਚੱਲ ਪਏ ਨੇ। ਹਾਲਾਂਕਿ ਕੀਰਤਨ ਕਰਨ ਵਾਸਤੇ, ਸ਼ਬਦ ਗਾਇਨ ਕਰਨ ਵਾਸਤੇ ਸਾਡੇ ਕੋਲ ਬਹੁਤ ਸਾਰੀ ਬਾਣੀ ਹੈ, ਕੋਈ ਕਮੀ ਨਹੀਂ ਹੈ। ਕੋਈ ਕਮੀ ਹੋਵੇ ਤਾਂ ਦੱਸੋ। ਸਨਾਤਨ ਮਤ ਦੇ ਕੋਲ, ਇਸਲਾਮ ਦੇ ਕੋਲ, ਹੋਰ ਜਿਹੜੇ ਧਰਮ ਨੇ ਉਹਨਾਂ ਦੇ ਕੋਲ ਗਾਇਨ ਕਰਨ ਵਾਸਤੇ ਕੁਛ ਨਹੀਂ ਹੈ। ਗੀਤਾ ਨੂੰ ਭਾਵੇਂ ਗੀਤ ਕਿਹਾ ਜਾਂਦਾ ਹੈ, ਪਰ ਅੱਜ ਤੱਕ ਕਿਸੇ ਨੂੰ ਗਾਇਨ ਕਰਦਿਆਂ ਹਾਂ ਨਹੀਂ ਵੇਖਿਆ, ਕਿਉਂਕਿ ਉਹਦੀ ਭਾਸ਼ਾ ਬੜੀ ਵਿਖੜੀ ਭਾਸ਼ਾ ਹੈ, ਬੜੀ ਕਠਿਨ ਭਾਸ਼ਾ ਹੈ। ਵੇਦਾਂ ਦੇ ਵਿੱਚ ਲੱਖਾਂ ਸ਼ਲੋਕ ਨੇ ਪਰ ਕੋਈ ਗਾਇਨ ਨਹੀਂ ਕਰ ਸਕਦਾ ਹੈ, ਜ਼ਬਾਨ 'ਤੇ ਚੜ੍ਹਦੇ ਹੀ ਨਹੀਂ, ਤਾਲ ਵਿੱਚ ਬੈਠਦੇ ਹੀ ਨਹੀਂ। ਬੜਾ ਔਖਾ ਕੰਮ ਹੈ। ਇਸਲਾਮ ਦੀਆਂ ਆਇਤਾਂ ਨੇ, ਸੰਗੀਤ ਦੀ ਮਨਾਹੀ ਹੈ ਇਸਲਾਮ ਦੇ ਵਿੱਚ, ਤਾਂ ਆਇਤਾਂ ਨੂੰ ਕਿਵੇਂ ਸੰਗੀਤ ਵਿੱਚ ਗਾਇਨ ਕਰਨਗੇ। ਹੋਰ ਧਰਮ ਨੇ, ਜੈਨ ਮਤ ਹੈ, ਬੌਧ ਮਤ ਹੈ, ਕੁਛ ਗਾਇਨ ਕਰਨ ਵਾਸਤੇ ਉਹਨਾਂ ਕੋਲ ਨਹੀਂ ਹਨ। ਮੰਤਰ ਹਨ ਪਰ ਬੜੇ ਵਿਖੜੇ ਨੇ, ਬੜੇ ਕਰੜੇ ਮੰਤਰ ਨੇ, ਭਾਸ਼ਾ ਬੜੀ ਔਖੀ ਹੈ, ਗਾਇਨ ਨਹੀਂ ਹੋ ਸਕਦਾ। ਸਾਡੇ ਉੱਤੇ ਗੁਰੂ ਨੇ ਰਹਿਮਤ ਕੀਤੀ ਹੈ, ਇਤਨਾ ਸਾਡੇ ਕੋਲ ਬੇਅੰਤ ਖਜ਼ਾਨਾ ਹੈ। ਉਹਨਾਂ ਨੂੰ ਫਿਲਮੀ ਗਾਣਿਆਂ ਦੇ ਉੱਤੇ ਧੁਨਾਂ ਬਣਾ ਕੇ ਜੋ ਜੀਅ ਵਿੱਚ ਆਉਂਦਾ ਹੈ, ਜਿਸ ਤਰ੍ਹਾਂ ਗਾਣੇ ਲਿਖੇ ਨੇ ਉਸ ਤਰ੍ਹਾਂ ਦੇ ਭਜਨ ਲਿਖ ਕੇ ਗਾਣਾ ਉਹਨਾਂ ਦੀ ਮਜਬੂਰੀ ਹੈ, ਕਿਉਂਕਿ ਹੈ ਕੁਛ ਨਹੀਂ ਗਾਉਣ ਵਾਸਤੇ।
ਤੁਸੀਂ ਸੁਣਦੇ ਹੋ ਨਾ ਮੰਦਰਾਂ ਦੇ ਵਿੱਚ ਜਿਵੇਂ ਗਾਣੇ ਬੋਲੇ ਜਾਂਦੇ ਨੇ, ਸੇਮ ਉਹਨਾਂ ਹੀ ਤਰਜ਼ਾਂ ਤੇ ਉਹਨਾਂ ਹੀ ਬੋਲਾਂ ਦੇ ਉੱਤੇ ਥੋੜ੍ਹਾ ਜਿਹਾ ਹੇਰ ਫੇਰ ਕਰਕੇ ਭਜਨ ਬਣਾ ਕੇ ਤੇ ਉਹ ਗਾਇਨ ਕਰਦੇ ਪਏ ਨੇ, ਕਿਉਂਕਿ ਉਹਨਾਂ ਕੋਲ ਹੈ ਕੁਛ ਨਹੀਂ ਹੈ। ਸਾਡੇ ਕੋਲ ਇਤਨਾ ਖਜ਼ਾਨਾ ਹੋਣ ਤੋਂ ਬਾਅਦ ਵੀ ਸਾਨੂੰ ਕੀ ਲੋੜ ਪੈ ਗਈ ਕਿ ਅਰਦਾਸ ਦਾ ਕੀਰਤਨ ਕਰੀਏ, ਮੂਲ ਮੰਤਰ ਦਾ ਕੀਰਤਨ ਕਰੀਏ, ਜਪਜੀ ਸਾਹਿਬ ਦਾ ਕੀਰਤਨ, ਵਾਹਿਗੁਰੂ ਮੰਤਰ ਦਾ ਕੀਰਤਨ ਕਰਨ ਲੱਗ ਪਏ ਨੇ, ਜਦ ਕਿ ਸਾਡੇ ਕੋਲ ਇਤਨਾ ਕੁਛ ਹੈ ਗਾਇਨ ਕਰਨ ਵਾਸਤੇ। ਬੇਅੰਤ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਫਿਰ ਵੀ ਕਿਸੇ ਇੱਕ ਨੇ ਕੀਤਾ ਹੋਣਾ, ਬਾਕੀ ਸਾਰੇ ਪਿੱਛੇ ਚੱਲ ਪਏ, ਬਿਨਾਂ ਸੋਚੇ, ਬਿਨਾਂ ਸਮਝੇ, ਬਿਨਾਂ ਵਿਚਾਰੇ। ਕਿਸੇ ਇੱਕ ਨੇ ਕੀਤਾ ਹੋਣਾ, ਬਾਕੀ ਸਭ ਪਿੱਛੇ। ਇਹ ਬਿਲਕੁਲ ਭੇਡ ਦੀ ਨਿਆਈ ਹੈ। ਕਿਸੇ ਇੱਕ ਨੇ ਕੀਤਾ ਹੋਣਾ, ਬਾਕੀ ਸਭ ਪਿੱਛੇ ਚੱਲ ਪਏ ਨੇ। ਖੈਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਭੇਡ ਦਾ ਜ਼ਿਕਰ ਆਇਆ ਹੈ, ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਗਾਡਰ ਲੈ ਕਾਮ ਤੇਨ ਕਰ ਪੂਜੀ, ਸੌਦੇ ਕੋ ਧਾਵੇ ਬਿਨ ਪੂੰਜੀ। ਗਾਡਰ ਕਹਿੰਦੇ ਨੇ ਭੇਡ ਨੂੰ, ਗਾਡਰ ਲੈ ਕਾਮ ਤੇਨ ਕਰ ਪੂਜੀ। ਗਾਡਰ ਭੇਡ ਨੂੰ ਕਹਿੰਦੇ ਨੇ। ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਦਾ ਸੁਭਾਅ ਦੇਖੋ, ਮਨੁੱਖ ਦੀ ਮੂਰਖਤਾ ਦੇਖੋ। ਗਾਡਰ ਭੇਡ ਨੂੰ ਕਾਮਦੇਨ ਗਊ ਸਮਝ ਕੇ ਤੇ ਉਹਦੀ ਪੂਜਾ ਕਰਦਾ ਪਿਆ ਵੇ। ਗਾਡਰ ਲੈ ਕਾਮਧੇਨ ਕਰ ਪੂਜੀ। ਭੇਡ ਨੂੰ ਕਾਮਧੇਨੂ ਗਊ, ਜੋ ਅਸੀਂ ਸ਼ਾਸਤਰਾਂ ਦੇ ਵਿੱਚ ਪੜ੍ਹਦੇ ਹਾਂ ਵੀ ਕਾਮਧੇਨੂ ਗਊ ਜਿਹੜੀ ਹੈ ਨਾ, ਇਹ ਸਾਰੀਆਂ ਕਾਮਨਾਵਾਂ ਨੂੰ ਪੂਰੀ ਕਰਨ ਵਾਲੀ ਹੈ। ਤੇਨ ਕਹਿੰਦੇ ਨੇ ਗਊ ਨੂੰ, ਕਾਮ ਕਹਿੰਦੇ ਨੇ ਕਾਮਨਾ ਨੂੰ। ਜਿਹੜੀ ਵੀ ਕਾਮਨਾ ਹੈ ਕਾਮ ਤੇਨ ਗਊ ਉਸ ਨੂੰ ਪੂਰੀ ਕਰਦੀ ਹੈ। ਮਹਾਰਾਜ ਕਹਿੰਦੇ ਨੇ ਮਨੁੱਖ ਦੀ ਮੂਰਖਤਾ ਦੇਖੋ ਕਿ ਭੇਡ ਨੂੰ ਕਾਮ ਤੇਨ ਗਊ ਸਮਝ ਕੇ ਤੇ ਉਹਦੀ ਪੂਜਾ ਕਰੀ ਜਾਂਦਾ ਵੇ ਭੇਡ ਨੂੰ। ਦਰਅਸਲ ਐਸਾ ਕਿਉਂ ਆਖਿਆ ਮਹਾਰਾਜ ਨੇ ਕਿ ਅਸਲ ਦੇ ਵਿੱਚ ਜਿਹੜੀ ਕਾਮ ਤੇਨੂ ਗਊ ਹੈ ਉਹਦੀ ਤਾਂ ਅਸੀਂ ਪੂਜਾ ਕਰਦੇ ਨਹੀਂ ਹਾਂ, ਉਹਦਾ ਤਾਂ ਅਸੀਂ ਚਿੰਤਨ ਕਰਦੇ ਨਹੀਂ ਹਾਂ। ਵਿਅਰਥ ਦੇ ਕਰਮ, ਐਸੇ ਕਰਮ ਜਿਨ੍ਹਾਂ ਦਾ ਕੋਈ ਲਾਭ ਨਹੀਂ ਹੈ, ਐਸੇ ਕਰਮ ਜੈਸੇ ਪਸ਼ੂਆਂ ਦੀ ਪੂਜਾ ਕਰਨੀ, ਦਰਖਤਾਂ ਦੀ ਪੂਜਾ ਕਰਨੀ, ਦਿਸ਼ਾਵਾਂ ਦੀ ਪੂਜਾ ਕਰਨੀ, ਪੱਥਰਾਂ ਦੀ ਪੂਜਾ ਕਰਨੀ, ਹੋਰ ਕਈ ਮਹੂਰਤ ਸਮਝ ਕੇ ਤੇ ਵਿਸ਼ੇਸ਼ ਤੌਰ 'ਤੇ ਪੂਜਾ ਕਰਨੀ, ਉਹਨਾਂ ਦੇ ਪਿੱਛੇ ਲੱਗਣਾ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਸਮਝ ਲਵੋ ਕਿ ਜੈਸੇ ਕੋਈ ਭੇਡ ਨੂੰ ਕਾਮ ਤੈਨੂੰ ਗਊ ਸਮਝ ਕੇ ਤੇ ਉਹਦੀ ਪੂਜਾ ਕਰੀ ਜਾਂਦਾ ਵੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਾਹੂ ਲੈ ਪਾਹਨ ਪੂਜ ਤਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾ ਕੋ ਸੀਸ ਨਿਵਾਇਓ, को बुतान को पूजत हैं पस को मृतान को पूजन तायो, कूर क्रिया उर्ज्यो सब ही जग, श्री भगवान को भेद ना पायो। महाराज जी कहते ने कूर क्रिया दे विच, कूर कहते ने झूठी क्रिया दे विच वे दरख्तां दी पूजा करी जाना, सूरज नूं पानी देना, दिशावां दी पूजा करी जाना, पत्थरां दी पूजा करी जाना, पशुओं की पूजा करी जानी, इस सब कूर क्रिया उर्जियो सब ही जग, सारा जगत ही उलझा पिया है। तो महाराज कहते ने श्री भगवान को भेद ना पायो, पर रब दा जिहड़ा भेद है ना वो किसी ने पाया नहीं है, अते ना ही इन्हां कर्मां दे विचों किसी ने पा सकना है।
ਗੁਰਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸਿਓ, ਸੰਗ ਨਾ ਛੁਟਕਿਓ। ਅਦਕ ਅਹਿਮ ਬੁੱਧ ਬਾਧੇ ਪਿਆਰੇ, ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਇਸ ਤਰ੍ਹਾਂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਜਿਤਨੇ ਤੂੰ ਕਰਮ ਕਰਦਾ ਪਿਆ ਹੈ। ਮੈਂ ਕੀਏ ਕਰਮ ਅਨੇਕਾਂ। ਗਾਡਰ ਲੈ ਕਾਮਧੇਨ ਕਰ ਪੂਜੀ, ਵਿਅਰਥ ਦੇ ਧਾਰਮਿਕ ਕਰਮ ਕਰੀ ਜਾਂਦਿਆਂ ਭੁੱਖੇ ਰਹਿਣਾ, ਵਰਤ ਕਰਨੇ, ਪਾਣੀ ਵਿੱਚ ਖਲੋਣਾ, ਬਰਫੀਲੇ ਇਲਾਕਿਆਂ ਵਿੱਚ ਜਾ ਕੇ ਤਨ ਨੂੰ ਸਾੜ ਲੈਣਾ, ਧੂਣੀਆਂ ਤਪਾ ਕੇ ਵਿੱਚ ਬਹਿ ਜਾਣਾ, ਸਰੀਰ ਦਾ ਚਮੜਾ ਸਾੜ ਕੇ ਕਾਲਾ ਕਰ ਲੈਣਾ, ਤਿਲਕ ਲਾਉਣੇ, ਜਟਾਵਾਂ ਵਧਾਉਣੀਆਂ, ਸੁਆਹ ਮੱਲ ਲੈਣੀ, ਭਗਵੇ ਬਸਤਰ ਪਾ ਲੈਣੇ। ਜਾਂ ਅਸੀਂ ਆਪਣੇ ਧਰਮ ਦੀ ਗੱਲ ਕਰੀਏ, ਸੋਹਣੀਆਂ ਦਸਤਾਰਾਂ ਸਜਾ ਲੈਣੀਆਂ, ਸੁੰਦਰ ਕੱਪੜੇ ਪਹਿਨ ਲੈਣੇ, ਮਾਲਾ ਪਕੜ ਲੈਣੀ, ਖੜਾਵਾਂ ਪਹਿਨ ਲੈਣੀਆਂ, ਭੌਰੇ ਬਣਾ ਲੈਣੇ। ਇਹਦੇ ਨਾਲ ਕੋਈ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਪਿਆਰੇ। ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਤੋ ਮਹਾਰਾਜ ਕੀ ਕਰੀਏ ਫਿਰ? ਸਤਿਗੁਰੂ ਕਹਿੰਦੇ ਨੇ ਕਿ ਅਰਦਾਸ ਕਰ, ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਅਰਦਾਸ ਕਰ ਕਿ ਮੈਨੂੰ ਵਿਵੇਕ ਬੁੱਧੀ ਦੀ ਬਖਸ਼ਿਸ਼ ਕਰੋ, ਜਿਹਦੇ ਨਾਲ ਮੈਨੂੰ ਸੱਚ ਤੇ ਝੂਠ ਦਾ, ਸਹੀ ਤੇ ਗਲਤ ਦਾ ਨਿਰਣਾ ਹੋ ਸਕੇ। ਕਿਧਰੇ ਐਸਾ ਨਾ ਹੋਵੇ ਕਿ ਸਾਰੀ ਜ਼ਿੰਦਗੀ ਇਹਨਾਂ ਵਿਅਰਥ ਦੇ ਕਰਮਾਂ ਦੇ ਵਿੱਚ ਹੀ ਸਾਡੀ ਬਤੀਤ ਹੋ ਜਾਵੇ। ਸਤਿਗੁਰੂ ਕਹਿੰਦੇ ਨੇ, ਗਾਡਰ ਲੈ ਕਾਮ ਧੇਨ ਕਰ ਪੂਜੀ। ਭੇਡ ਨੂੰ, ਕਾਮ ਧੇਨੂੰ ਗਊ ਸਮਝ ਕੇ ਤੇ ਪੂਜੀ ਜਾਂਦਾ ਹੈ। ਇਹ ਤੇ ਇਸ ਤਰ੍ਹਾਂ ਸਮਝ ਲਵੋ ਕਿ ਜੈਸੇ ਕੋਈ ਸੌਦੇ ਕੋ ਧਾਵੇ ਬਿਨ ਪੂੰਜੀ। ਕੋਈ ਬੰਦਾ ਸੌਦਾ ਲੈਣ ਵਾਸਤੇ ਗਿਆ ਪਰ ਉਹਦੇ ਕੋਲ ਪੂੰਜੀ ਤਾਂ ਹੈ ਹੀ ਨਹੀਂ ਹੈ। ਪੂੰਜੀ ਤਾਂ ਉਹਦੇ ਕੋਲ ਹੈ ਹੀ ਨਹੀਂ, ਤਾਂ ਬਾਜ਼ਾਰੋਂ ਕੀ ਮਿਲਣਾ ਹੈ? ਬਿਨਾਂ ਪੂੰਜੀ ਤੋਂ ਕੋਈ ਬੰਦਾ ਬਾਜ਼ਾਰ ਵੀ ਸੌਦਾ ਲੈਣ ਜਾਵੇ, ਧੱਕੇ ਹੀ ਪੈਣੇ ਨੇ, ਉਹਨੂੰ ਗਾਲਾਂ ਪੈਣੀਆਂ ਨੇ, ਫਿਟਕਾਰਾਂ ਪੈਣੀਆਂ ਹਨ। ਸਤਿਗੁਰੂ ਕਹਿੰਦੇ ਨੇ ਬਿਨਾਂ ਪੂੰਜੀ ਤੋਂ ਸੌਦਾ ਲੈਣ ਜਾਂਦਾ ਪਿਆ ਹੈ। ਭਾਈ ਭਗੀਰਥ ਜੀ ਕਾਲੀ ਦੇ ਪੁਜਾਰੀ ਸਨ, ਬਹੁਤ ਕਾਲੀ ਦੀ ਸੇਵਾ ਕਰਦੇ ਸਨ। ਇੱਕ ਦਿਨ ਸਮਾਧੀ ਲਾ ਕੇ ਬੈਠੇ ਤੇ ਨੀਂਦ ਲੱਗ ਗਈ। ਕਾਲੀ ਦੇ ਦਰਸ਼ਨ ਹੋਏ ਤੇ ਭਾਈ ਸਾਹਿਬ ਨੇ ਆਖਿਆ, ਮੈਨੂੰ ਮੁਕਤੀ ਚਾਹੀਦੀ ਹੈ, ਮੈਨੂੰ ਮੁਕਤ ਚਾਹੀਦੀ ਹੈ। ਦੇਵੀ ਨੇ ਇਨਕਾਰ ਕਰ ਦਿੱਤਾ ਕਿ ਮੈਂ ਤੈਨੂੰ ਮੁਕਤੀ ਨਹੀਂ ਦੇ ਸਕਦੀ ਹਾਂ, ਮੈਂ ਨਹੀਂ ਦੇ ਸਕਦੀ। ਜੇ ਤੈਨੂੰ ਮੁਕਤੀ ਚਾਹੀਦੀ ਹੈ ਤਾਂ ਤੂੰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਾ। ਅਸੀਂ ਲੋਕ ਸਾਡਾ ਇਤਿਹਾਸ ਪੜ੍ਹਦੇ ਵੀ ਹਾਂ, ਵੇਖਦੇ ਵੀ ਹਾਂ। ਗੁਰੂ ਅੰਗਦ ਦੇਵ ਜੀ ਮਹਾਰਾਜ ਲਗਾਤਾਰ 22 ਸਾਲ ਦੇਵੀ ਦੀ ਪੂਜਾ ਕਰਨ ਜਾਂਦੇ ਰਹੇ ਨੇ, ਪਰ ਆਤਮਿਕ ਸ਼ਾਂਤੀ ਨਹੀਂ ਮਿਲੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਦੇਵੀ ਦੇਵਾ ਪੂਜੇ ਡੋਲੇ, ਪਾਰ ਬ੍ਰਹਮ ਨਹੀਂ ਜਾਣਾ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਅਕਲ ਦਾ ਇਸਤੇਮਾਲ ਕੀਤਾ ਨਹੀਂ ਹੈ, ਸੁਚੇਤ ਹੋਇਆ ਨਹੀਂ ਹੈ, ਵਿਖਿਆ ਸਿਉ ਲਪਟਾਨਾ। ਇਹ ਤੇ ਜ਼ਹਿਰ ਨਾਲ ਲਿਪਟਿਆ ਪਿਆ ਹੈ। ਇਹ ਤੇ ਭੇਡ ਨੂੰ, ਕਾਮ ਤੈਨੂੰ ਗਊ ਸਮਝੀ ਬੈਠਾ ਹੈ। ਸਤਿਗੁਰੂ ਕਹਿੰਦੇ ਨੇ ਕਿ ਕਾਮ ਤੈਨ ਗਊ ਤਾਂ ਇੱਕੋ ਹੀ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੈਨਾ। ਉਹ ਕੰਮ ਅਸੀਂ ਕਰਦੇ ਨਹੀਂ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਹਰੀ ਪਰਮੇਸ਼ਰ ਦਾ ਨਾਮ ਤੂੰ ਸਿਮਰਨ ਕਰਦਾ ਨਹੀਂ ਹੈ ਤੇ ਸੋਚਦਾ ਕੀ ਹੈ ਬਾਰ-ਬਾਰ? ਲੱਗਾ ਹੋਇਆ ਹੈ ਭੇਡ ਨੂੰ, ਕਾਮ ਤੈਨੂੰ ਗਊ ਸਮਝ ਕੇ ਵਿਅਰਥ ਦੇ ਕਰਮਾਂ ਦੇ ਵਿੱਚ। ਜਦ ਉਸ ਦੇਵੀ ਨੇ ਇਨਕਾਰ ਕਰ ਦਿੱਤਾ ਨਾ ਭਾਈ ਭਗੀਰਥ ਨੂੰ,
कि तैनू मुक्ति नहीं मिल सकती। अगर मुक्ति चाहिदी है तो गुरु नानक दे घर विच जा। गुरु नानक दे घर जदों भाई भगीरथ जी आए हन तो गुरु नानक दे घर विच नानक के घर केवल नाम। गुरु नानक सच्चे पातशाह दे घर केवल परमेश्वर दे नाम दी गल है, और व्यर्थ दे कर्म कोई नहीं हैं। सतगुरां ने जद नाम नाल जोड़िया भाई भगीरथ जी मुक्त नूं प्राप्त होए ने। पर असीं ये व्यर्थ दे कर्म करी जाते हैं। कबीर साहब ने दूसरा जिक्र किया है कि मांजार गाडर अर लूबरा बिरख मूल माया मह परा। मांजार कहंदे ने बिल्ले नूं, गाडर कहंदे ने भेड़ नूं, लूबरा कहंदे ने लोंबड़ी नूं। बिरख मूल माया मह परा। बिरख वनस्पति फल फुल सारे मूल माया मह परा, सारे माया दे विच उलझे पे हैं। सारे संसार दे व्यर्थ कम्मां दे विच उलझे पे हैं। माया अंतर तीने देव। माया ने तिन्ना ही देवतियां नूं जो तीन वड्डे मन्ने जाते हैं, ब्रह्मा विष्णु महेश, सब माया की पकड़ दे विच उलझे पे हैं। सागर इंद्रा अर तरतेब। सागर समुंदर दे विच वसन वाले सारे जीव, और नाल इंद्र धरती सब माया की पकड़ दे विच उलझी हुई है। तो भगत कबीर साहब कहंदे ने कह कबीर जिस उदर तिस माया। जिस नूं भी रब ने पेट लाया ना, उदर दिता है, पेट दिता है, भुख दिती है, वो सब माया दे विच उलझे पे हैं, बच नहीं सकता है कोई। भरतरी ने आखिया भी ये रब ने जो सानू ढिड ला दिता ना, ये बहुत वड्डा पाप किया है। किसी वक्त सरवण करावांगा, हुण इतना समा नहीं है। भरतरी रोंदियां होया रब नूं आखदा भी तू ये ठीक नहीं कीता, भी संतां नूं भगतां नूं तू ढिड ला दिता है, पेट की खातर सानू भटकना पैंदा है, रोटी की खातर। इस तो छुटिया किवें जा सकता है। जिसनों भी रब ने ढिड लाया है, चाहे वह पशु है, पंछी है, कीड़े मकोड़े हैं, वनस्पति है, जल जंतु हैं, देवते हैं, या ग्रह हैं, नक्षत्र हैं, सारे ही माया दे विच फसे पे हैं। पर छुटांगे किवें? तो कबीर साहब कहंदे ने तब छूटे जब साधु पाया। जदों गुरु की शरण विच आ जाएगा ना, गुरु की तैनूं प्राप्ति होएगी, तां तू इस माया दे जाल तो छुट सकता है। गुरु अर्जन देव जी महाराज फिर भेड़ का जिक्र करते हैं। सतगुरु कहंदे ने ना तन तेरा ना मन तोहे, माया मोह व्याप्या तोहे। कुदम करे गाडर जो छेल, अचिंत जाल काल चक्र पेल। गुरु अर्जन देव जी महाराज कहंदे ने कि ना ये तन तेरा है, ना इस तन दे विच जो मन है, ना वो तेरा है। माया मोह व्याप्या तोहे। फिर भी माया दे विच उलझिया होया तू संसार विच फसिया पिया। कुदम करे गाडर ज्यों छेल। जिवें भेड़ दा बच्चा छोटा लेला अपनी मां नाल कलोल करदा है ना, खेडदा वे, बच्चियां दे विच खेडदा वे। महाराज कहंदे ने इस तरह भेड़ दा बच्चा अपनी मां नाल बच्चियां नाल खेडदा कुददा वे, उछल कूद करदा वे, पर पता नहीं हुंदा भी किस वेले अचिंत जाल काल चक्र पेल। अचनचेत ही पता नहीं किस वक्त काल दा जाल सिर ते पै जाना है। बंदा संसारिक पदार्थां दे विच, परिवार विच, कारोबार दे विच रुझिया रहिंदा है, पता ही नहीं लगता किस वक्त काल दा जाल सिर ते पै जांदा है और बंदा खत्म हो जाता है। फिर अंत समय बंदा पछताउंदा है। भगत कबीर साहब कहंदे ने एक अचरज खेड मैं संसार विच देखी है। कहो कबीर प्रगट पई खेड, लेले को चूंगे
नित भेड़। एक अजीब अचरज भगत कबीर साहब कहते ने मैं संसार विच वेख्या वे भी लेला अपनी माँ का दुध पीए, ये तो कुदरती निज़म है। बच्चा माँ का दुध पिएगा, पर भगत कबीर साहब कहते ने कि पुट्ठा काम होंदा पिया भी भेड़ अपने लेले नूं चुंगदी पई है। संसार दे पदार्थां ने साडा जीवन चलाउणा सी, साडे जीवन नूं चलाउणा सी, पर असी संसारिक पदार्थां दे पिछे लगे हुए हाँ। जिवें लेले को चूंघे नित भेड़, बस इस तरह ही मनुख संसार दे विच रह के ते अपना जीवन बर्बाद कर लैंदा है। इस तरह ही भगत कबीर साहब कहते हैं कि ऐसो अचरज देखियो कबीर दद के भोले विरोले नीर। बंदा दही प्राप्त करन वास्ते पानी नूं रिड़की जांदा वे। संसार दे तमाम ऐसे कर्म जिन्हां दा कोई लाभ नहीं है करी जांदा वे। जिहड़ा काम सानू करना चाहिदा सी, परमेश्वर दा नाम जपना चाहिदा सी, वो काम तां असीं कीता नहीं है, वो तो कोई करदा नहीं है। ते व्यर्थ दे जिहड़े कर्म हन वो करी जांदे ने। इस तरह समझ लो जैसे भेड़ अपने लेले नूं चुंघदी पई है, निकलना कुछ भी नहीं है विचों। पानी रिड़कोगे तो विचों की निकलेगा, कुछ भी नहीं निकलना है। धन धन श्री गुरु अर्जन देव जी महाराज गुरु नानक सच्चे पातशाह जिथे भेड़ दे कई पहलुओं तो विचार रखते हैं, उत्थे भेड़ क्योंकि उन वास्ते पाली जाती है, इहदे केस जिहड़े वाल नहीं ते उहदे नाल कई तरह दे साडे सर्दी तो बचाव वास्ते बस्तर बनते हैं, कंबल बनते ने, बस्तर बनते ने, उन बनती है, उहदे बचाव वास्ते उसनूं पालिया जाता है। सतगुरु जी बाणी विच इसका भी बहुत जिक्र करते हैं। महाराज कहते ने धन धन मेघा रोमावली, धन धन कृष्ण ओडे कांबली। धन है वो भेड़ जिस दे केसां दे नाल बनिया होया कंबल कृष्ण अपने उपर लैंदे हन ते सर्दी तो बचाव करते हैं। कहण तो मुराद भेड़ जिहड़ी है वो तनता दे योग है कि अपना जीवन जी के लोकां दी सेवा करती है, और धन है वो भेड़ जिहदी उन दे नाल बने हुए कंबल नाल श्री कृष्ण जी ठंड का बचाव करते हैं, श्री कृष्ण की सेवा होंदी है। हुण गुरु नानक सच्चे पातशाह इसनूं दूसरे तरीके दे नाल बयान करते हैं। महाराज कहते ने भेडा वागी सिर खोहायन, भरियन हथ सुआही, माओ पियो किरत गवायन, टब्बर रोवन ताही। भेडां नूं बार बार मुनिया जाता है, उन्हां दे केस कट्टे जाते हैं। सारी जिंदगी दे विच कई वारी भेडां दे केस कट्टे जाते हैं, तकरीबन साल विच 2 वारी तां कटदे ही हैं। बार बार केस कट्टे जाते हैं। महाराज सच्चे पातशाह जी कहते हैं कि ये जो बार बार केस कटते हैं इन्हां भेडां दे, ये किधरे मुक्ति तो नहीं ना प्राप्त कर सकेगी है। जैसे 10वें पातशाह भी कहते हैं कि तेरे कहाँ भयो भेड़ जो कसत शीस, वृक्षन सो माटी के पछैया, बोल पूछ लीजे जोक सो। भेड़ जिहड़ी है अपना सिर बार बार दरख्तां दे नाल खुरचदी है, रगड़दी है भी केस डिग जान। वैसे भी उसदे केस कट्टे जाते हैं। केस बार बार कट्टण करके मुक्ति भेड़ न गईया काई। भेड़ बार बार अपने केसां दा मुंडन करवांदी है, पर उसनूं मुक्त की प्राप्ति नहीं होंदी है। सतगुरु जी इत्थे कहते हैं कि जिहड़े जैनी लोग हैं ना, ये भी जदों इन्हां नूं दीक्षा दित्ती जाती है
तो फिर इन्हां दे सब तो पहले केस पुट्टे जाते ने, सुआह ला के हत्थां दे विच सिर भी सुआह पा के एक एक केस नूं पुट्टिया जांदा वे। महाराज कहंदे ने भी इस तरह करन दे नाल कोई इन्हां नूं परमेश्वर दी प्राप्ति तो नहीं ना हो जानी है। ये काम तां भेडां दे भी हुंदे हन, साल विच कई वार हुंदे हन, जिंदगी विच कई कई वार कीते जांदे हन। महाराज सच्चे पातशाह दी मरदाने नूं उपदेश करदियां होइयां सतगुर सच्चे पातशाह जी कहंदे ने, मरदानिया अमृत वेला कदी ना गवाई, केसां नूं कतल नहीं कराउणा, घर आए गए साधु संतां दी सेवा करनी है। 3 उपदेश महाराज देंदे ने। केस कतल नहीं कराउणे हन। जितने भी दुनिया दे उत्ते अवतार आए हन, जितने भी अवतार आए ने, या ऋषि मुनि देख लवो तुसी, श्री कृष्ण दे लंबे लंबे केस हन, असी सारे देखते हैं उन्हां दा चित्र। श्री रामचंद्र दे बहुत वड्डे वड्डे केस, सीस दे उत्ते जूड़ा है, जूड़े दा मुकुट है। जिस वक्त श्री रामचंद्र नूं बनवास होया ते वो नदी किनारे गए, कवि केवट उन्हां नूं मिले हन। तो कवि केवट ने उन्हां दा मुखड़ा देख के ते उन्हां ने जिहड़ी कविता लिखी है ना, मैं बचपन विच पढ़ी सी, कोई 7वीं या 8वीं क्लास दे विच, मैनूं अजे तक याद है। वो लिखते ने, जटा मुकुट शीशनी सुबग, उर्बुज नैन विशाल, सरद परद विद वदनवर, लसद स्वेद कनजाल, बरनी ना जाए मनोहर जोड़ी। ऐसी मनोहर जोड़ी श्री राम दी ते लक्ष्मण दी। जटा मुकुट शीशनी सुबग, जटावां दा मुकुट शीश दे उत्ते सभायमान है। उर्बुज नैन विशाल, फिर वड्डे वड्डे नैन, सरद परद विद वदन वर, लसद स्वेद कनजाल, सर्दी दी रुत चंद्रमा दी न्याई श्री रामचंद्र दा मुखड़ा इस तरह सुशोभित हो रहा है। उन्हां दे सिर ते केसां दा जूड़ा सी। हजरत ईसा दियां अगर तुसी तस्वीरां देखो जां उन्हां दियां मूर्तियां बणियां होईयां, लंबे लंबे केस रखदे ने वो। हजरत मुहम्मद साहब दे बहुत वड्डे वड्डे केस सन। एक केस उन्हां दा कश्मीर दे विच हजरत बल दी मस्जिद दे विच अज भी पिया होया वे। तो उन्हां दे भी लंबे केस सन। जितने भी अवतार पीर पैगंबर जिहड़े भी संसार विच आए हन, उन्हां ने केसां नूं बढ़ावा दिता है। केस कतल नहीं कराए हन उन्हां ने। सिख पंथ दे विच सब तो वड्डी जो निशानी है सिखां दी, वो है केस। गुरु नानक साहब तो इत्थों तक कहते हैं कि वो जो परमात्मा है, रब है, वो भी केसाधारी है। तेरे बंके लोयण दंत रसाला, सोहणे नक जिन लमड़े वाला, कंचन काया सोने की टाला। हे परमेश्वर, तेरे बड़े लंबे लंबे केस हन तेरे, और सोहना नक जिन लमड़े वाला, बड़े लंबे केस हन। गुरबाणी केसां दी महानता बयान करते हुए सतगुरु कहंदे ने, मेरे राम हर जन के हों बल जाई, केसां का कर चवर टुलावां, चरण तोड़ मुख लाई। परमेश्वर, मैं तेरे सेवकां दी, तेरे भगतां दी इस तरह सेवा करां कि अपने केसां दे नाल मैं तेरे सेवकां दे उत्ते चवर टुलावां। ते अजकल तो हुण असी देखते हाँ कि केस रह ही नहीं गए हैं। पता नहीं अज की मार पै रही है। सब तो ज़्यादा केसां दी ही बेअदबी होंदी है। केसां दी पता नहीं इन्हां केसां ने की बिगाड़िया है। परमात्मा साडे केस वधाना चाहता है, लोकी इन्हां नूं कट्टण ते लगे हुए ने।
ਫਿਰ ਭੇਡ ਦੇ ਕੇਸ ਜੋ ਬਾਰ-ਬਾਰ ਕੱਟੇ ਜਾਂਦੇ ਹਨ ਨਾ, ਭੇਡਾਂ ਦੇ ਕੇਸ ਜੋ ਬਾਰ-ਬਾਰ ਕੱਟੇ ਜਾਂਦੇ ਹਨ, ਧੰਨ ਧੰਨ ਮੇਘਾ ਰੋਮਾਵਲੀ, ਧੰਨ ਧੰਨ ਕ੍ਰਿਸ਼ਨ ਓਡੇ ਕਾਮਲੀ, ਉਹਦੇ ਕੇਸ ਤਾਂ ਫਿਰ ਵੀ ਦੁਨੀਆ ਦੇ ਕੰਮ ਆਉਂਦੇ ਹਨ। ਸਾਰੀ ਦੁਨੀਆ ਦੀ ਉਹ ਸੇਵਾ ਕਰਦੀ ਹੈ ਆਪਣੇ ਕੇਸਾਂ ਦੀ ਕੁਰਬਾਨੀ ਦੇ ਕੇ। ਸਾਡੇ ਕੇਸ ਤਾਂ ਕਿਧਰੇ ਹੀ ਕੰਮ ਨਹੀਂ ਆਉਂਦੇ ਹਨ। ਹੁਣ ਫਿਰ ਵੀ ਕੁਛ ਮਸ਼ੀਨਾਂ ਨਾਲ ਨਕਲੀ ਕੇਸ ਵਿਗ ਬਣਾਉਣ ਲੱਗ ਪਏ ਨੇ, ਪਰ ਬਹੁਤੇ ਤਾਂ ਸਾਰੇ ਵਿਅਰਥ ਹੀ ਜਾਂਦੇ ਨੇ। ਕੇਸ ਕੱਟਣਾ ਇੱਕ ਬਹੁਤ ਵੱਡੀ ਸਜ਼ਾ ਸੀ। ਪੁਰਾਤਨ ਸਮੇਂ ਦੇ ਵਿੱਚ ਕਿਸੇ ਦੇ ਕੇਸ ਕੱਟ ਦੇਣਾ ਮੌਤ ਦੀ ਸਜ਼ਾ ਦੇ ਬਰਾਬਰ ਸੀ। ਰਾਜੇ ਜਨਮੇਜੇ ਨੇ ਆਪਣੇ ਘਰ ਦੇ ਵਿੱਚ ਬ੍ਰਹਮ ਭੋਜ ਰੱਖਿਆ, ਪੰਡਤਾਂ ਨੂੰ ਬੁਲਾਇਆ। ਬੜੀ ਲੰਬੀ ਗਾਥਾ ਹੈ। ਰਾਜੇ ਦੀ ਜੋ ਰਾਣੀ ਸੀ ਉਹ ਸੇਵਾ ਕਰਦੀ ਪਈ ਹੈ ਲੰਗਰ ਦੇ ਵਿੱਚ, ਉਹਦਾ ਥੋੜ੍ਹਾ ਬਸਤਰ ਹਵਾ ਨਾਲ ਉੱਡਿਆ ਅਤੇ ਪੰਡਤ ਹੱਸ ਪਏ ਜਿਹੜੇ ਬਾਹਮਣ ਭੋਜਨ ਛਕ ਰਹੇ ਸਨ। ਰਾਜੇ ਜਨਮੇਜੇ ਨੇ ਕੁਛ ਨੂੰ ਤਾਂ ਮੌਤ ਦੀ ਸਜ਼ਾ ਦਿੱਤੀ, ਪਰ ਹੈ ਉਹ ਬਹੁਤ ਸਾਰੇ ਸਨ। ਇਹ ਕਿਤਨਿਆਂ ਕੁ ਨੂੰ ਮਾਰਾਂਗੇ ਅਸੀਂ? ਆਖਿਰ ਬਾਹਮਣ ਨੂੰ ਮਾਰਨਾ ਪਾਪ ਵੀ ਤਾਂ ਹੈ ਨਾ। ਰਾਜੇ ਜਨਮੇਜੇ ਨੇ ਉਹਨਾਂ ਬਾਕੀ ਬਚੇ ਬ੍ਰਾਹਮਣਾਂ ਦੇ ਪੰਡਤਾਂ ਦੇ ਕੇਸ ਕੱਟ ਦਿੱਤੇ। ਉਹਨਾਂ ਦੇ ਕੇਸ ਕੱਟ ਦਿੱਤੇ, ਕਿਉਂਕਿ ਕੇਸ ਕੱਟਣਾ ਇੱਕ ਮੌਤ ਦੀ ਸਜ਼ਾ ਦੇ ਬਰਾਬਰ ਸੀ। ਅੱਜ ਵੀ ਤੁਸੀਂ ਦੇਖੋ ਨਾ, ਕਿਸੇ ਦੇ ਘਰ ਪਿਤਾ ਚਲਾਣਾ ਕਰ ਜਾਏ, ਵੱਡਾ ਭਰਾ ਚਲਾਣਾ ਕਰ ਜਾਏ, ਸਭ ਤੋਂ ਪਹਿਲੇ ਬੱਚੇ ਦੇ ਕੇਸ ਕੱਟ ਦਿੱਤੇ ਜਾਂਦੇ ਨੇ। ਲੋਕ ਦੇਖ ਕੇ ਸਮਝ ਜਾਂਦੇ ਨੇ ਵੀ ਇਹਨਾਂ ਦੇ ਘਰ ਵਿੱਚ ਮੌਤ ਹੋਈ ਹੈ ਕੋਈ। ਪ੍ਰਥਮ ਬਾਂਧ ਕੇ ਮੂੰਡ ਤਾਂ ਕੇ ਮੁੰਡਾਏ, ਪੁਨਰ ਏਡੂਆ ਸੀਸ ਤਾਂ ਕੇ ਟਿਕਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕੇਸਾਂ ਨੂੰ ਕੱਟ ਕੇ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਕਿਸ ਨੂੰ? ਰਾਜੇ ਜਨਮੇਜੇ ਨੇ ਬਾਹਮਣਾਂ ਨੂੰ, ਪੰਡਤਾਂ ਨੂੰ ਕੇਸ ਕੱਟ ਕੇ। ਅੱਜ ਲੋਕੀ ਪਤਾ ਨਹੀਂ ਕਿਉਂ ਕੇਸਾਂ ਦੇ ਪਿੱਛੇ ਪਏ ਹੋਏ ਹਨ। ਸਿੱਖਾਂ ਨੂੰ ਮਹਾਰਾਜ ਨੇ ਕੇਸ ਦਿੱਤੇ ਨੇ, ਇਹ ਸਾਡਾ ਆਈਨਾ ਹੈ, ਫਰੇਮ ਹੈ, ਜਿਸ ਤੋਂ ਸਾਡੀ ਤਸਵੀਰ ਨਜ਼ਰ ਆਉਂਦੀ ਹੈ ਕਿ ਇਹ ਸਿੱਖ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਸਿੱਖ ਦੀ ਤਸਵੀਰ ਬਣਾਈ ਕਿ ਲੱਖਾਂ ਦੇ ਵਿੱਚ ਵੀ ਅਗਰ ਕੋਈ ਖੜਾ ਹੋਵੇ ਤਾਂ ਇੱਕ ਉਹ ਨਜ਼ਰ ਆ ਜਾਏਗਾ, ਲੱਖਾਂ ਦੇ ਵਿੱਚ ਵੀ। ਸਾਨੂੰ ਕੇਸਾਂ ਦੀ ਕੀਮਤ ਦਾ ਨਹੀਂ ਪਤਾ ਹੈ। ਕੇਸਾਂ ਦੀ ਕੀਮਤ ਕੀ ਹੈ? 5 ਨਿਸ਼ਾਨੀਆਂ ਜੋ ਸਾਨੂੰ ਬਖਸ਼ਿਸ਼ ਕੀਤੀਆਂ ਗਈਆਂ ਨੇ। ਨਿਸ਼ਾਨ ਸਿੱਖੀ ਈ 5 ਹਰਫ ਕਾਫ, ਕਿ ਹਰਗਿਜ਼ ਨਾ ਬਾਸ਼ਦ ਈ 5 ਮੁਆਫ। 5 ਕਕਾਰ ਕਿਸੇ ਨੂੰ ਵੀ ਮਾਫ ਨਹੀਂ ਕੀਤੇ ਜਾ ਸਕਦੇ। ਅਗਰ ਕਿਸੇ ਕੋਲ 4 ਕਕਾਰ ਨੇ, 5ਵਾਂ ਨਹੀਂ ਹੈ, ਜਾਂ ਕਿਸੇ ਕੋਲ 1 ਕਕਾਰ ਹੈ, ਕੇਸ ਨੇ, ਬਾਕੀ ਹੈ ਨਹੀਂ ਹਨ ਕਕਾਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਉਹ ਕਦੀ ਵੀ ਪ੍ਰਾਪਤ ਨਹੀਂ ਕਰ ਸਕਦਾ ਹੈ। ਤਰੇ ਕੇਸ ਪਾਹੁਲ ਬਿਨਾ ਪੇਖੀ ਮੂਰਖ ਸਿੱਖ, ਤਿਸ ਕੋ ਦਰਸ਼ਨ ਨਾਹੀ ਮੇਰਾ ਪਾਪੀ ਤਿਆਗੇ ਬੇਖ। ਇੱਕੋ ਹੀ ਕਕਾਰ ਹੈ ਕਿ ਸਿਰਫ ਕੇਸ ਰੱਖੇ ਹੋਏ ਨੇ, ਬਾਕੀ ਹੈ ਨਹੀਂ ਹਨ। ਉਹ ਕਦੀ ਵੀ ਮਾਫ ਨਹੀਂ ਕੀਤਾ ਜਾ ਸਕਦਾ ਹੈ। ਕੜਾ ਕਾਰ ਦੋ ਕੱਛ ਕੰਗਾ ਬਿਦਾ, ਬਿਨਾ ਕੇਸ ਹੇਚ ਅਸਤ ਜ਼ੁਮਲਾ ਨਿਸ਼ਾਨ। ਕੇਸਾਂ ਦੇ ਨਾਲ ਇਹ ਬਾਕੀ 4 ਕਕਾਰ ਵੀ ਚਾਹੀਦੇ ਨੇ। ਜੈਸੇ ਤਸਵੀਰ ਅਸੀਂ ਜੜਦੇ ਹਾਂ ਨਾ, 4 ਲੱਕੜਾਂ ਹੁੰਦੀਆਂ ਨੇ, ਇੱਕ ਸਾਹਮਣੇ ਸ਼ੀਸ਼ਾ ਹੁੰਦਾ ਹੈ। ਸਾਡੇ 5 ਕਕਾਰ ਨੇ, ਕੇਸ ਨੇ, ਕੰਗਾ ਹੈ, ਕੜਾ ਹੈ, ਕਿਰਪਾਨ ਹੈ ਤੇ ਕਛਹਿਰਾ ਹੈ। ਇਹ ਸਿੱਖ ਦੀ ਪੂਰੀ ਤਸਵੀਰ ਹੈ। ਪਰ ਸਾਨੂੰ ਅੱਜ ਕੇਸਾਂ ਦੀ ਕੀਮਤ ਦਾ ਨਹੀਂ ਪਤਾ ਹੈ। ਮੈਂ 2 ਮਿੰਟ ਲੈ ਕੇ ਸਮਾਪਤੀ ਕਰ ਦੇਣਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤ ਵੇਲੇ, ਕਿਉਂਕਿ ਬੜੀ ਤੜਫ ਸੀ ਉਹਨਾਂ ਦੇ ਅੰਦਰ ਕਿ ਕਿਸ ਵਕਤ ਅੰਮ੍ਰਿਤ ਵੇਲਾ ਹੋਵੇ ਤੇ ਮੈਂ ਦਰਸ਼ਨ ਕਰਾਂ। ਭਾਈ ਸਾਹਿਬ ਜੀ ਆਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਾਂ ਸਮੇਤ ਇਸ਼ਨਾਨ ਕੀਤਾ। ਪੌਂਟਾ ਸਾਹਿਬ ਦੀ ਗੱਲ ਹੈ,
सतगुरु अपने कमरे दे विच पिछे जमुना वाले पासे बैठे हुए सन। भाई साहब भाई नंद लाल जी बाहर इंतज़ार करते पैन भी कदों किवाड़ खुल्लण ते मैं दर्शन करा, क्योंकि केस सुका रहे सन सतगुरु जी ते भाई नंद लाल जी इंतज़ार कर रहे सन। रिहा नहीं गया। दरवाजे की जिहड़ी विथ होंदी है ना, उहदे विचों भाई साहब ने जद दर्शन किते गुरु गोबिंद सिंह महाराज जी, हवा आई पहाड़ी इलाके वालों, पहाड़ां वालों हवा चली, सतगुर दे केस जदों उड्डे हन तो भाई साहब भाई नंद लाल जी बिस्माद विच चले गए हैं। भाई साहब कहंदे ने दीन और दुनिया दर कमंदे आप भरी रुख सारे माँ, हर दो आलम कीमते यकतार मुए यारे माँ, मान में आरे मताबे गम जये मैं जाने ऊ, यक निगाहे जा फिजाए बस बबद्दर कारे माँ। भाई साहब भाई नंद लाल जी कहते ने हे गुरु गोबिंद सिंह महाराज, दोनों जहान दा धन भी अगर इकट्ठा कर लीए तो तेरे एक केस की कीमत दिती नहीं जा सकती है। कितने कीमती तेरे केस हैं। अज असी गुरु गोबिंद सिंह महाराज की दिती हुई मोहर, गुरसिखां दियां कुर्बानियां, साहिबजादियां दियां कुर्बानियां नूं भुला के, जिन्हां ने इन्हां केसां नूं बचाउण वास्ते अपना सरबंस कुर्बान कर दिता है, अज असी केसां दे पिछे लगे हुए हाँ। केस कट्टने, केसां की बेअदबी करनी, एक गुरु की बेअदबी करन दे बराबर है। सतगुर सच्चे पातशाह मेहर करन। अमृत छको, सिंह सजो, पंज ककार पंज बाणियां दे धारनी बनो, ताकि पंथ की चढ़दी कला हो सके। भुल्लां चुकां दी क्षमा। सारियां दा धन्नवाद। वाहिगुरू जी का खालसा, वाहिगुरू जी की फतेह।